ਇੱਥੇ ਲੱਗਾ ਕੰਨ ਦੇ ਥੱਲੜੀ ਸਾਈਡ ਤੋਂ ਲੱਗਾ ਦਿਮਾਗ 'ਚੋਂ ਨਿਕਲਿਆ। ਉਹਨਾਂ ਮੁੰਡਿਆਂ ਦੀ ਉਮਰ ਕੀ ਹੈ ਜਿਨ੍ਹਾਂ ਨੇ ਫਾਇਰ ਮਾਰੇ ਨੇ? ਉਮਰ ਉਹਨਾਂ ਦੀ ਹੈ ਇਹ 14-15 ਸਾਲ ਉਮਰ ਹੈ ਉਹਨਾਂ ਦੀ। ਜੱਫਾ ਮਾਰਿਆ ਤੇ ਮੇਰੇ ਵੀ ਕੱਪੜੇ ਹੁਣ ਹੋ ਗਏ ਨੇ ਤੇ ਮੈਨੂੰ ਉਹਨੇ ਨਾ ਉਹ ਟੇਬਲ ਤੇ ਚਾਚੂ ਦੀ ਇੱਧਰ ਆ ਜਾ ਮੈਂ ਸਰਾਣੇ ਵਾਲੇ ਪਾਸੇ ਆਂਦਾ ਛਪੜੀ ਖੂਨ ਦੀ ਲੱਗੀ ਲੱਕ ਤਰੋੜ ਛੜਿਆ ਨਾ। ਡੀਪੀਓ ਗੁਜਰਾਤ ਤੇ ਸੀਸੀਡੀ ਤੋਂ ਫੈਸਲਾ ਕਰੋ, ਸਹੀ ਕਰੋ, ਸਾਡਾ ਕੋਈ ਬਣੇ ਅੱਗੋਂ ਵਾਸਤੇ ਕਿਸੇ ਨਾਲ ਇਸ ਤਰ੍ਹਾਂ ਨਾ ਕਰਨ। अस्सलाम नाजरीन, मैं हूं आपका मेज़बान फ़ुरकान हमीद मुगल और आप देख रहे हैं न्यूज़ गुजरात। नाजरीन, गुज़िश्ता दिनों पंजाब के इलाका नागरियांवाला में एक कत्ल की वारदात होती है जिसमें कासम भट्ट को कत्ल कर दिया जाता है फायर मारकर। इतला के मुताबिक और अहले खाना के मुताबिक बताया ये जा रहा है कि कासम भट्ट जो है वो किसी डेरे पर पेंट के ठेके के हवाले से काम कर रहा था और दो मुलजमान जो है वो आते हैं और कासम भट्ट को फायर मारकर चले जाते हैं। 3 ਦਿਨ ਤੋਂ ਉੱਥੇ ਕੰਮ ਲੱਗੇ ਸਨ, ਰੰਗ ਰੋਗਨ ਦਾ ਕੰਮ ਕਰਦਾ ਤੇ 3 ਦਿਨ ਤੋਂ ਉੱਥੇ ਕੰਮ ਕਰ ਰਿਹਾ ਵੇ। ਤੇ ਉਹ ਡੇਰੇ ਵਾਲੇ ਜਿਹੜੇ ਨੇ ਨਾ ਉਹ ਘਰ ਆਏ ਨੇ, ਦੋਵੇਂ ਭਾਈ ਨੇ, ਉਹ ਦੋ ਭਾਈ ਹੁੰਦੇ ਨੇ ਉੱਥੇ। ਉਹ ਘਰ ਆ ਗਏ ਨੇ ਤੇ ਦੋ ਲੜਕੇ ਨੇ ਉਹ ਸਾਡੀ ਬਲਾਦਰੀ ਦੇ ਨੇ, ਬੱਟਾਂ ਦੇ ਨੇ। ਉਹ ਦੋ ਗਏ ਨੇ, ਜਾ ਕੇ ਉਹਨਾਂ ਨੇ ਫਾਇਰ ਮਾਰਿਆ ਉਹਨੂੰ ਕਾਸਮ ਨੂੰ ਤੇ ਇੱਕ ਟੁਰ ਗਿਆ, ਉੱਥੇ ਹੀ ਪਿਸਤੌਲ ਛੱਡ ਕੇ ਨੱਸ ਗਿਆ ਤੇ ਇੱਕ ਉੱਥੇ ਹੀ ਸੀ। ਉਹਨੇ ਫਿਰ ਫੋਨ ਕੀਤਾ ਜਿਹੜਾ ਉੱਥੇ ਸੀ ਕਿ ਕਾਸਮ ਨੂੰ ਫਾਇਰ ਲੱਗ ਗਿਆ। ਫਿਰ ਮੈਂ ਘਰੋਂ ਗਿਆ, ਫਾਇਰ ਇੱਥੇ ਲੱਗਾ ਕੰਨ ਦੇ ਥੱਲੜੀ ਸਾਈਡ ਤੋਂ ਲੱਗਾ, ਦਿਮਾਗ 'ਚੋਂ ਨਿਕਲਿਆ, ਲੱਗ ਕੇ ਫਿਰ ਬਾਰਿਸ਼ ਲੱਗਾ, ਬਿਲਕੁਲ ਨਜ਼ਦੀਕ ਤੋਂ ਉਹਨੇ ਮਾਰਿਆ ਤੇ ਉੱਥੋਂ ਫਰਾਰ ਹੋ ਗਿਆ। ਇੱਕ ਉੱਥੇ ਸੀ ਤੇ ਇੱਕ ਫਰਾਰ ਹੋ ਗਿਆ। ਉਹਨੇ ਫਿਰ ਫੋਨ ਕੀਤਾ ਸਾਨੂੰ ਤੇ ਫਿਰ ਅਸੀਂ ਗਏ ਆ, ਜਾ ਕੇ ਚੁੱਕ ਕੇ ਤੇ ਫਿਰ ਅਸੀਂ ਅਜ਼ੀਜ਼ ਭੱਟੀ ਲੈ ਕੇ ਗਏ ਆ। ਫਿਰ ਉੱਥੇ ਡਾਕਟਰਾਂ ਚੈੱਕ ਕੀਤਾ ਕਿਤੇ। ਉਸ ਤੋਂ ਬਾਅਦ ਕੋਈ 15-20 ਮਿੰਟ ਬਾਅਦ ਉੱਥੇ ਸਾਹ ਚੱਲਦੇ ਰਹੇ ਨੇ ਉੱਥੇ ਪਹੁੰਚਣ ਤੋਂ ਬਾਅਦ। ਫਿਰ 15-20 ਮਿੰਟ ਬਾਅਦ ਰੋਜ਼ੇ ਤੋਂ ਪਹਿਲੇ ਉਹਦੀ ਡੈਥ ਹੋ ਗਈ। ਅੱਛਾ, ਇਹਦੇ ਵਿੱਚ ਵਜ੍ਹਾ ਨਾਲ ਕੀ ਦੱਸੀ ਜਾ ਰਹੀ ਹੈ ਕਿ ਮੁਲਜ਼ਮਾਨ ਕੌਣ ਹੈ? ਠੀਕ ਹੈ, ਕਿਆ ਤੁਹਾਡੇ ਗਾਉਂ ਦੀ ਰਿਹਾਇਸ਼ੀ ਹੈ ਕਤਲ ਕਰਨ ਦੀ ਵਜ੍ਹਾ? ਜੀ ਗਾਉਂ ਦੇ ਨੇ, ਲੇਕਿਨ ਵਜ੍ਹਾ ਕੋਈ ਵੀ ਨਹੀਂ ਹੈ। ਕੋਈ ਉਹਨਾਂ ਨਾਲ ਦੁਸ਼ਮਣੀ ਨਹੀਂ, ਕੋਈ ਉਹਨਾਂ ਨਾਲ ਕੋਈ ਤਨਾਜ਼ਾ, ਕੋਈ ਲੜਾਈ, ਕੋਈ ਭੰਡੀ, ਕੋਈ ਕੁਝ ਨਹੀਂ ਹੈ। ਦੋ ਨੇ, ਦੋਵੇਂ ਇੱਥੇ ਗਾਉਂ ਦੇ ਨੇ, ਉਹਨਾਂ ਨਾਲ ਦੋਵਾਂ ਨਾਲ ਕੋਈ ਕਿਸੇ ਕਿਸਮ ਦਾ ਕੋਈ ਤਨਾਜ਼ਾ ਨਹੀਂ। ਇੱਕ ਦਾ ਨਾਂ ਨੇਰ ਤਾਇਰ ਹੈ ਬਾਟੀ, ਉਹ ਵੀ, ਇੱਕ ਦਾ ਨਾਂ ਸੁਲੇਮਾਨ ਹੈ। ਤੇ ਕੋਈ ਵਜ੍ਹਾ ਨਹੀਂ, ਕੋਈ ਤਨਾਜ਼ਾ ਨਹੀਂ, ਕੋਈ ਲੜਾਈ ਭੰਡੀ ਨਹੀਂ, ਕਿਸੇ ਕਿਸਮ ਦੀ ਕੁਝ ਵੀ ਨਹੀਂ ਹੈ। ਤੇ ਪਤਾ ਨਹੀਂ ਕੀ ਵਜ੍ਹਾ ਬਣੀ ਤੇ ਕੀ ਨਹੀਂ ਤੇ ਕਿਉਂ ਉਹਨਾਂ ਮਾਰਿਆ। ਅੱਛਾ, ਇਸ ਹਵਾਲੇ ਨਾਲ ਮੈਨੂੰ ਦੱਸਿਓ, ਕਾਸਮ ਭੱਟ ਕਿਆ ਇਹਨਾਂ ਲੜਕਿਆਂ ਨੂੰ ਜਾਣਦਾ ਆ ਤੇ ਪਹਿਲੇ ਕਦੀ ਜਿਹੜਾ ਨਾ ਇਹਦੀ ਕੋਈ ਰੰਜਿਸ਼ ਵਗੈਰਾ ਕਾਸਮ ਭੱਟ ਦੀ ਕਿਸੇ ਨਾਲ ਹੋਵੇ, ਕੋਈ ਕਿਸੇ ਕਿਸਮ ਦੀ ਜਿਹੜਾ ਨਾ ਕੋਈ ਲੜਾਈ ਭੰਡੀ ਜਾਂ ਕਿਸੇ ਕਿਸਮ ਦਾ ਕੋਈ ਜਿਹੜਾ ਨਾ ਤਣਾਅ ਕਿਸੇ ਦੇ ਬਾਰੇ ਹੋਵੇ? ਨਹੀਂ, ਕੋਈ ਕਿਸੇ ਕਿਸਮ ਦਾ ਨਹੀਂ ਸੀ ਹੈ। ਸਾਰੇ ਪਿੰਡ ਨੂੰ ਪਤਾ, ਸਾਰੇ ਗਾਉਂ ਨੂੰ ਪਤਾ ਹੈ, ਔਰਤਾਂ ਨੂੰ ਵੀ ਮਰਦਾਂ ਨੂੰ ਵੀ ਸਭ ਨੂੰ ਪਤਾ ਉਹ ਅੱਛਾ ਸੀ। ਨਾ ਕੋਈ ਨਸ਼ਾ, ਨਾ ਕੋਈ ਤਮਾਸ਼ਾ, ਨਾ ਕੋਈ ਮਤਲਬ ਉਹਦੇ ਕੋਈ ਭੈੜਾ ਕੋਈ ਕੰਮ ਨਹੀਂ ਸੀ ਹੈ। ਜਾਣਦਾ ਵੀ ਉਹਨਾਂ ਦੋਵਾਂ ਨੂੰ ਹੈ ਸੀ, ਮਹੱਲੇ ਦੇ ਨੇ ਸਾਡੇ ਦੇ, ਉਹਨਾਂ ਨਾਲ ਕੋਈ ਤਨਾਜ਼ਾ ਨਹੀਂ ਸੀ ਹੈ ਬਿਲਕੁਲ ਕਿਸੇ ਕਿਸਮ ਦਾ ਵੀ। ਇੱਕ ਤੇ 2-3 ਦਿਨ ਤੋਂ ਉੱਥੇ ਜਾਂਦਾ ਵੀ ਸੀ, ਮਤਲਬ ਵੈਸੇ ਹੀ ਸਿਗਰਟ ਪੀਂਦਾ ਵੀ, ਉਹ ਸਿਗਰਟਾਂ ਵੱਧ ਜਾਂਦਾ ਹੈ, ਜਾਂ ਪੈਸੇ ਲੈਣ ਜਾਂਦਾ ਸੀ। ਉੱਥੇ ਇੱਕ ਜਾਂਦਾ ਸੀ ਤੇ ਜਿਹੜਾ ਫਾਇਰ ਮਾਰਿਆ ਵੇ ਉਹ ਪਹਿਲੇ ਦਿਨ ਹੀ ਗਿਆ ਉਦੋਂ, ਤੇ ਫਾਇਰ ਮਾਰ ਕੇ ਤੇ ਉੱਥੋਂ ਨੱਸ ਗਿਆ। ਅੱਛਾ, ਇਸ ਹਵਾਲੇ ਨਾਲ ਦੱਸਿਓ ਕਿ ਜਿਸ ਵੇਲੇ ਫਾਇਰ ਮਾਰਿਆ ਤੇ ਜਿਹੜਾ ਨਾ ਮੁਤਲਕਾ ਕੋਈ ਇੰਤਜ਼ਾਮੀਆ ਮੌਕੇ ਤੇ ਪਹੁੰਚੀ ਕਿ ਤੁਸੀਂ ਅਜ਼ੀਜ਼ ਭੱਟੀ ਹਸਪਤਾਲ ਲੈ ਕੇ ਗਏ? ਮੈਂ ਹੀ ਲੈ ਕੇ ਗਿਆ ਵਾਂ। ਪਹਿਲੇ 50 ਲੈ ਕੇ ਆ ਡਿੰਗੇ ਰੋਡ ਹਸਪਤਾਲ, ਉੱਥੋਂ ਫਿਰ ਉਹਨਾਂ ਨੇ ਮਤਲਬ ਉਹਨਾਂ ਨੂੰ 155 ਵਾਲਿਆਂ ਨੂੰ ਫੋਨ ਕੀਤਾ, ਉਹ ਜਿਹੜੇ ਨੇ 11 ਬਾਈ ਵਾਲੇ, ਉਹਨਾਂ ਨੂੰ ਫੋਨ ਕੀਤਾ। ਫਿਰ ਉਹਨਾਂ ਨੇ ਗੱਡੀ ਮੰਗਵਾਈ ਹੈ ਤੇ ਫਿਰ ਉਸ ਤੋਂ ਉਹਦੇ ਵਿੱਚ ਰੈਫਰ ਕਰਕੇ ਫਿਰ ਅਸੀਂ। ਪੁਲਿਸ ਦੇ ਹਵਾਲੇ ਨਾਲ ਦੱਸਿਓ ਕਿੰਨੇ ਮੁਤਮਈਨ ਹੋ ਜਾਂ ਪੁਲਿਸ ਮੌਕੇ ਤੇ ਪਹੁੰਚ ਗਈ? ਪੁਲਿਸ ਦੇ ਹਵਾਲੇ ਨਾਲ ਕੀ ਕਹਿਣਾ ਚਾਹੋਗੇ? ਪੁਲਿਸ ਠੀਕ ਮਤਲਬ ਆਪਣੇ ਟਾਈਮ ਤੇ ਪਹੁੰਚੀ ਹੈ, ਫੌਰੀ ਆ ਗਏ ਸੀ। ਗਾਉਂ ਵੀ ਆ ਗਏ ਸਨ, ਉੱਥੇ ਹਸਪਤਾਲ ਵੀ ਆ ਗਏ ਸਨ, ਪੰਜਾਬ ਵੀ ਆ ਗਏ ਸਨ ਤੇ ਗੁਜਰਾਤ ਵੀ ਆ ਗਏ ਸਨ। ਉਹਨਾਂ ਨੇ ਸਹੀ ਮਤਲਬ ਠੀਕ ਅੱਛਾ ਕੋਆਪਰੇਟ ਕੀਤਾ ਹੈ। ਮੁਲਜ਼ਮਾਨ ਦੇ ਬਾਰੇ ਨਾਲ ਤੁਹਾਨੂੰ ਕੋਈ ਪਤਾ ਹੋਵੇ? ਨਹੀਂ, ਉਹ ਕੋਈ ਪਤਾ ਨਹੀਂ ਸਾਨੂੰ। ਇੱਕ ਜਿਹੜਾ ਨਾਲ ਸੀ ਨਾ ਉਹ ਫੜਨ ਹੋਇਆ ਵੇ, ਤੇ ਦੂਸਰਾ ਜਿਹਨੇ ਫਾਇਰ ਮਾਰਿਆ ਉਹਦਾ ਕੋਈ ਪਤਾ ਨਹੀਂ ਅਜੇ ਫੜਨ ਹੋਇਆ ਕਿ ਨਹੀਂ ਫੜਨ ਹੋਇਆ, ਉਹਦਾ ਕੋਈ ਸਾਨੂੰ ਇਲਮ ਨਹੀਂ ਹੈ। ਇਹ ਕਹਿਣਾ ਚਾਹੋਗੇ ਕਿ ਇਹ ਵਾਕਿਆ ਜਿਹੜਾ ਵੇ ਉਹ ਦਿਨ ਦਿਹਾੜੇ ਹੋਈਏ ਤੇ ਬੜੀ ਦਲੇਰਾਨਾ ਤਰੀਕੇ ਨਾਲ ਜਿਹੜਾ ਨਾ ਉਹਨਾਂ ਮੁੰਡਿਆਂ ਦੀ ਉਮਰ ਕੀ ਹੈ ਜਿਨ੍ਹਾਂ ਨੇ ਫਾਇਰ ਮਾਰੇ ਨੇ? ਉਮਰ ਉਹਨਾਂ ਦੀ ਹੈ ਇਹ 14-15 ਸਾਲ ਉਮਰ ਹੈ ਉਹਨਾਂ ਦੀ, ਜ਼ਿਆਦਾ ਉਮਰ ਕੋਈ ਨਹੀਂ। ਤੇ ਸਾਡੀ ਇਹ ਗੁਜ਼ਾਰਿਸ਼ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ, ਸੀਸੀਡੀ ਅੱਗੇ ਤੇ ਡੀਪੀਓ ਸਾਹਿਬ ਅੱਗੇ ਕਿ ਸਾਨੂੰ ਇਨਸਾਫ ਦਿਓ। ਸਾਡੇ ਨਾਲ ਜ਼ਿਆਦਤੀ ਹੋਈ ਹੈ, ਸਾਡਾ ਮੁੰਡਾ ਮਿਹਨਤ ਮਜ਼ਦੂਰੀ ਕਰਨ ਵਾਲਾ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ। ਕਿੰਨੇ ਭਾਈ ਹੈ ਤੇ ਕੀ ਉਮਰ ਹੈ ਕਾਸਮ ਭੱਟ ਦੀ? 2 ਭਾਈ ਨੇ ਤੇ ਕਾਸਮ ਦੀ ਉਮਰ ਸੀ ਤਕਰੀਬਨ 26-27 ਸਾਲ ਉਮਰ ਸੀ ਉਹਨਾਂ ਦੀ। ਨਹੀਂ, ਕੋਈ ਨਹੀਂ, ਸ਼ਾਦੀ ਕੋਈ नहीं हुई अजय। नादरीन, हमारे साथ जो है वो कासम भट्ट के वालिद मोहतरम मौजूद हैं। ਜਿਸ ਵਕਤ ਇਹ ਲੈ ਕੇ ਗਏ ਨੇ ਨਾ ਤੇ ਪਿੱਛੋਂ ਵੇ ਰੌਲਾ ਬਣਿਆ ਵੇ ਤੁਹਾਨੂੰ ਕੋਈ ਨਹੀਂ ਪਤਾ। ਮੈਂ ਕਿਹੜੀ ਗੱਲ ਦਾ? ਇਹ ਕਾਸਮ ਨੂੰ ਉੱਥੇ ਲੱਗ ਗਈ ਹੈ, ਸਾਨੂੰ ਇਹ ਹੀ ਹੈ ਕਿ ਉਹ ਡਿੱਗ ਪਿਆ ਤੇ ਤੁਸੀਂ ਇੱਥੇ ਬੈਠੇ ਹੋ। ਮੈਂ ਕਿਹਾ ਕਾਸਮ ਕਿੱਥੇ? ਉਹ ਤਾਂ ਛੁੱਟੀ ਦਾ ਟਾਈਮ ਹੋਇਆ ਆਉਣੇ ਵਾਲਾ ਹੁਣ। ਉਹ ਕਹਿੰਦੇ ਨੇ ਨਹੀਂ ਜੀ ਉਹ ਤਾਂ ਹਸਪਤਾਲ ਪੜਿਆ ਜੇ। ਮੈਂ ਕਿਹਾ ਹਸਪਤਾਲ ਪੜਿਆ? ਬਾਹਰ ਮੈਂ ਨਿਕਲਿਆ ਤੇ ਕੋਈ ਪਾਸਾ ਨਾ ਝੱਲੇ ਵੇ
ਬਣਿਆ ਸਾਡੇ ਨਾਲ ਕੀ ਹੈ। ਮੈਂ ਬਾਹਰ ਨਿਕਲਿਆ, ਬਾਹਰ ਮੁੰਡੇ ਖੜੇ ਸਨ ਤੇ ਉਹਨਾਂ ਨੂੰ ਮੈਂ ਆਖਿਆ ਮੋਟਰਸਾਈਕਲ ਦਾ ਮੂੰਹ ਪਿਛਾਂ ਕਰੋ ਤੇ ਚਲੋ ਚਲੀਏ ਹਸਪਤਾਲ। ਤੇ ਲੈ ਗਏ ਨੇ ਉੱਥੇ ਤੇ ਚੱਲ ਕੇ ਵੇਖੀਏ। ਉਹ ਜਿਸ ਵਕਤ ਮੈਂ ਹਸਪਤਾਲ ਗਿਆ ਤੇ ਜਿਹੜੇ ਹਸਪਤਾਲ ਦੇ ਮੈਂ ਵਿੱਚ ਵੜਿਆ ਨਾ ਬਾਹਰਲੇ ਗੇਟੋਂ ਹੀ, ਤੇ ਖੂਨ ਮੈਨੂੰ ਦਿਸਣ ਲੱਗ ਪਿਆ, ਇੰਝ ਕਰਕੇ ਖੂਨ ਜਾਂਦਾ ਪਿਆ। ਮੈਂ ਨਾ ਉੱਥੇ ਲੈ ਕੇ ਤੇ ਫਿਰ ਅੰਦਰ ਵੜਿਆ ਤੇ ਫਿਰ ਵੀ ਖੂਨ। ਫਿਰ ਉਹ ਜਿਹੜੇ ਮੁੰਡੇ ਨੇ ਖੜਿਆ ਸੀ ਨਾ ਚੁੱਕ ਕੇ ਨਾਲ ਇਹਦੇ, ਉਸ ਮੁੰਡੇ ਫਿਰ ਮੈਨੂੰ ਜੱਫਾ ਮਾਰਿਆ ਤੇ ਮੇਰੇ ਵੀ ਕੱਪੜੇ ਖੂਨ ਹੋ ਗਏ ਨੇ। ਤੇ ਮੈਨੂੰ ਉਹਨੇ ਨਾ ਉਹ ਟੇਬਲ ਤੇ ਚਾਚੂ ਜੀ ਇੱਧਰ ਆ ਜਾਓ, ਚਾਚੂ ਜੀ ਇੱਧਰ ਆ ਜਾਓ, ਮੈਨੂੰ ਅੰਦਰ ਨਹੀਂ ਸੀ ਜਾਣ ਦਿੰਦਾ ਬਈ ਇਹ ਨਾ ਵੇਖੇ। ਮੈਂ ਫਿਰ ਇਸ ਤਰ੍ਹਾਂ ਕੀਤਾ ਵੀ ਉਹ ਉੱਠ ਕੇ ਮੈਨੂੰ ਸੱਟ ਕੇ ਉੱਥੇ ਨੱਸਿਆ ਤੇ ਮੈਂ ਫਿਰ ਨੱਸ ਗਿਆ। ਉਹ ਜਿੱਧਰ ਖੂਨ ਜਾਂਦਾ ਸੀ ਮੈਂ ਉੱਥੇ ਟੁਰ ਗਿਆ। ਅੱਗੇ ਜਾ ਕੇ ਤੇ ਬਾਈ ਵੇਖਿਆ ਮੈਂ ਕੀ ਹੈ ਤੇ ਬੈੱਡ ਤੇ ਪਏ 2 ਆਵਾਜ਼ਾਂ ਮਾਰੇ। ਮੈਂ ਕਾਸਮ ਨਹੀਂ ਬੋਲਿਆ। ਮੈਂ ਸਰਾਣੇ ਵਾਲੇ ਪਾਸੇ ਆਉਂਦਾ ਛਪੜੀ ਖੂਨ ਦੀ ਲੱਗੀ। ਮੈਂ ਉੱਥੇ ਮੇਰੀ ਤਾਂ ਬੱਸ ਹੋ ਗਈ। ਉਹ ਤੇ ਅਸੀਂ ਇਹ ਜਾਣਦੇ ਹਾਂ ਕਿ ਉਹਨਾਂ ਨੂੰ ਫੜੋ, ਸਖਤ ਤੋਂ ਸਖਤ ਸਜ਼ਾ ਦਿਓ, ਸਾਨੂੰ ਇਨਸਾਫ ਚਾਹੀਦਾ। ਤੇ ਇਹ ਕਿਉਂ ਅਸੀਂ ਜਾਣਾ ਹੋਰ ਕਿੱਧਰ ਹੈ? ਸਾਡੇ ਕੋਲ ਹੁਣ ਉੱਠਣ ਨਹੀਂ ਪਿਆ ਹੁੰਦਾ। ਇਹ ਕੀ ਕਰੀਏ ਅਸੀਂ? ਸਾਨੂੰ ਜਿਹੜੇ ਯਾਦ ਆਉਂਦਾ ਉਸ ਵੇਲੇ ਉਦੋਂ ਦੇ ਪਾਣੀ ਨਹੀਂ ਸੰਗੂ ਲੰਘਦਾ ਪਿਆ ਸਾਡੇ। ਤੇ ਅੱਲਾ ਦੇ ਹੁਕਮ ਨਾਲ ਇਹਨਾਂ ਨੂੰ ਸਜ਼ਾ ਦਿਓ ਸਾਰੇ, DPO ਗੁਜਰਾਤ ਤੇ CCD ਤੋਂ। ਮੈਂ ਖਾਸ ਕਰਕੇ ਆਖਣਾ ਕਿ ਫੈਸਲਾ ਕਰੋ, ਸਹੀ ਕਰੋ, ਸਾਡਾ ਕੋਈ ਬਣੇ ਅੱਗੋਂ ਵਾਸਤੇ ਕਿਸੇ ਨਾਲ ਇਸ ਤਰ੍ਹਾਂ ਨਾ ਕਰਨ। ਸਾਡਾ ਤੇ ਨਾ ਬੇੜਾ ਗਰਕ ਕਰ ਛੜਿਆ ਨਾ, ਜਵਾਨ ਮੁੰਡਾ ਜਿਹੜਾ ਹਾਂ ਲੱਖ ਤਰੋੜ ਛੜਿਆ ਨਾ। ਤੇ ਉਂਝ ਪੰਜਾਂ ਕੋਲ ਮੈਂ ਮਾਰ ਨਹੀਂ ਸੀ ਖਾਂਦਾ। ਜੇ ਕੋਈ ਲਲਕਰ ਕੇ ਮਾਰਦਾ ਨਾ ਤੇ ਫਿਰ ਗੱਲ ਕੋਈ ਨਹੀਂ ਸੀ। ਫਾਇਰ ਵੀ ਪਿੱਛੋਂ ਮਾਰਿਆ। ਹਾਂ ਫੈਰ ਵੀ ਇੱਥੋਂ ਮੈਂ ਲੈ ਕੇ ਚੜਿਆ, ਇੰਝ ਹੀ ਸੁਣਿਆ ਲੈ ਕੇ ਚੜਿਆ ਤੇ ਉਹਨੇ ਉਹ ਕੀਤਾ, ਉਹਨੇ ਅੱਜ ਕੁਆਸ਼ਾ ਹੀ ਇਹ ਕੀਤਾ, ਵੇਖਿਆ ਵੀ ਨਹੀਂ ਤਾਂ ਫੈਰ ਕੱਢ ਛੜਿਆ ਤੇ ਉਹ ਇੱਥੇ ਲੱਗ ਗਿਆ। ਫਿਰ ਤਾਂ ਉੱਠਣੇ ਦਾ ਵੀ ਨਾ ਰਿਹਾ, ਉਹ ਨਿਕਲ ਵੀ ਦੂਸਰ ਗਿਆ। ਤੂੰ ਇੰਨਾ ਹੀ ਗੱਲ है साढ़े को। तो जैसा कि नाजरीन आपने तमाम तर तफसीलात जो है वो कासम भट्ट के वालिद के ज़ुबानी और उनके भाई के ज़ुबानी सुनी कि तमाम तर वाक़या कैसे पेश आया और कैसे ज़ालिमों ने जो है वो रमज़ान के बाबरकत महीने में एक नौजवान की जो है वो जान ले ली और दौरान मजदूरी जो है वो उसकी जान ले ली। अहले इलाका का और भाइयों का यही मुतालबा है कि हमारे जो बेटे के मुल्ज़मान हैं उनको कैफरे किरदार तक पहुँचाया जाए और CCD से ख़ास कर अपील है कि इन मुल्ज़मान को जल्द से जल्द पाबंद सलासत किया जाए और हिरासत में लिया जाए, क्योंकि आने वाला नुकसान किसी और माँ के बेटे का ना हो और आने वाला जो वक्त है वो किसी और नौजवान की जो है वो जान ना जाए। अपनी कीमती राय का इज़हार कमेंट बॉक्स में ज़रूर कीजिएगा। इसी के साथ आपको लम्हा ब लम्हा अपडेट देते रहेंगे। अपने मेज़बान फुरकान हमीद मुल्क को दे इजाज़त और देखते रहें न्यूज़ लड़ गुजरात।